ਪੁਲਿਸ ਦੇ ਵਿੱਚ ਕਿਸ ਤਰ੍ਹਾਂ ਸਬੱਬ ਬਣਿਆ, ਤੁਸੀਂ ਕਿਸ ਤਰ੍ਹਾਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਸ਼ਮੂਲੀਅਤ ਕੀਤੀ? ਖੂਨ ਦੇ ਵਿੱਚ ਹੀ ਸੀ ਆਪਣੇ ਪਿਤਾ ਜੀ ਦੀ ਨੌਕਰੀ ਨੂੰ ਦੇਖਦਿਆਂ ਹੋਇਆਂ ਹਾਂਜੀ ਕਿ ਉਹਨਾਂ ਨੇ ਇਸ ਪੁਲਿਸ ਡਿਪਾਰਟਮੈਂਟ ਦੇ ਵਿੱਚ ਆ ਕੇ ਬੜੇ ਜਿਹੜੇ ਚੈਲੰਜਸ ਦੇਖੇ ਜੀ। ਤੇ ਮੇਰਾ ਵੀ ਉਦੋਂ ਮਨ ਕੀਤਾ ਕਿ ਮੈਂ ਵੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਹੜੀ ਆਪਣੀ ਨੌਕਰੀ ਜੁਆਇਨ ਕਰਾਂ। ਕਿਉਂਕਿ ਪੁਲਿਸ ਵਿਭਾਗ ਵਿੱਚ ਹੁਣ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਨੇ ਤੇ ਉਹਨਾਂ ਦੇ ਵਿੱਚੋਂ ਪੁਲਿਸ ਡਿਪਾਰਟਮੈਂਟ ਨੂੰ ਨਿਕਲਣ ਵਾਸਤੇ ਕੀ ਕੀ ਯਤਨ ਕਰਨੇ ਚਾਹੀਦੇ? ਜਿਵੇਂ ਕਿ ਪਹਿਲਾਂ ਪੰਜਾਬ ਪੁਲਿਸ ਅੱਗੇ ਅੱਤਵਾਦੀ ਬੜੀ ਵੱਡੀ ਚੁਣੌਤੀ ਸੀ ਜੀ। ਸਮੇਂ ਮੁਤਾਬਕ ਜਿਹੜੇ ਜਿਵੇਂ ਹਾਲਾਤ ਹੁੰਦੇ ਨੇ, ਲਾਅ ਐਂਡ ਆਰਡਰ ਨੂੰ ਦੇਖਦੇ ਹੁੰਦੇ ਆ, ਕਈ ਚੁਣੌਤੀਆਂ ਜਿਹੜੀਆਂ ਸਾਹਮਣੇ ਆਈਆਂ ਨੇ। ਉਹ ਪੰਜਾਬ ਪੁਲਿਸ ਨੇ ਬੜੀ ਹੀ ਬਹਾਦਰੀ ਨਾਲ, ਸਾਡੇ ਅਫਸਰਾਂ ਨੇ, ਸਾਡੇ ਜਵਾਨਾਂ ਨੇ ਉਹਨਾਂ ਚੁਣੌਤੀਆਂ ਦੇ ਵਿੱਚੋਂ ਕਾਮਯਾਬ ਹੋ ਕੇ ਜਿਹੜੇ ਅੱਗੇ ਨਿਕਲੇ। ਗੈਂਗਸਟਰ ਤੇ ਖਾੜਕੂ ਇਹ ਕਿਤੇ ਆਪਸੀ ਸੰਬੰਧ ਦੇ ਵਿੱਚ ਤਾਂ ਨਹੀਂ ਹੈਗੇ? ਜਿਹੜੇ ਖਾੜਕੂਆਂ ਨੇ ਉਹਨਾਂ ਨੇ ਆਪਸ ਦੇ ਵਿੱਚ ਜਦੋਂ ਪਹਿਲਾਂ ਅੱਤਵਾਦੀ ਜਦੋਂ ਲੜਾਈ ਚੱਲਦੀ ਸੀ ਜੀ ਜੀ, ਤੇ ਉਹਨਾਂ ਨੇ ਕਈ ਇਨੋਸੈਂਟ ਜਿਹੜੀਆਂ ਜਾਨਾਂ ਲਈਆਂ। ਇਹਨਾਂ ਨੂੰ ਇੱਕ ਗੈਂਗਸਟਰ ਨਾਂ ਦੇਣਾ ਨਾਲੋਂ ਇਹਨਾਂ ਨੂੰ ਕ੍ਰਿਮੀਨਲਸ ਕਹਿਣਾ ਇਹ ਠੀਕ ਹੈ। ਲੋਕਾਂ ਤੋਂ ਪੈਸੇ ਲੈ ਕੇ ਵੀ ਕਰਦੇ ਨੇ ਔਰ ਆਪਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਦੁਸ਼ਮਣੀਆਂ ਪਈਆਂ ਨੇ ਜੀ, ਉਹ ਦੁਸ਼ਮਣੀਆਂ ਕੱਢਣ ਲਈ ਵੀ ਇਹ ਜਿਹੜੇ ਕਰਦੇ ਰਹੇ ਨੇ। ਕੋਈ ਅਜਿਹੀ ਤਫਤੀਸ਼ ਸਾਡੇ ਨਾਲ ਸਾਂਝੀ ਕਰੋ ਕਿ ਜਿਹਨੂੰ ਹੱਲ ਕਰਕੇ ਉਹ ਕੇਸ ਨੂੰ ਤੁਹਾਨੂੰ ਸਭ ਤੋਂ ਵੱਧ ਸੰਤੁਸ਼ਟੀ ਹੋਈ ਹੋਵੇ, ਮਨ ਦੇ ਵਿੱਚ ਸਕੂਨ ਆਇਆ ਹੋਵੇ। ਮੈਂ ਜਦੋਂ ਡੀਐਸਪੀ ਰਾਜਪੁਰਾ ਸੀ ਜੀ, ਤਾਂ ਉਸ ਸਮੇਂ ਇੱਕ ਬੰਦੇ ਨੇ ਆਪਣੇ 3 ਬੱਚਿਆਂ ਦਾ ਮਰਡਰ ਕੀਤਾ ਸੀ ਜੀ ਜੀ ਜੀ, ਔਰ ਉਹਨੇ ਆਪਣੀ ਵਾਈਫ ਨੂੰ ਵੀ ਗੋਲੀ ਮਾਰੀ ਸੀ ਕਿ ਜਿਹੜੀ ਬਚ ਗਈ ਸੀ। ਜਦੋਂ ਸਾਡੇ ਕੋਲ ਇਨਫੋਰਮੇਸ਼ਨ ਮਿਲੀ ਤਾਂ ਕੋਈ ਬਲਾਈਂਡ ਕੇਸ ਸੀ ਜੀ ਜੀ ਜੀ, ਲੇਕਿਨ ਅਸੀਂ ਇਹਨਾਂ ਨੂੰ 24 ਆਵਰਸ ਦੇ ਵਿੱਚ ਹੀ ਉਹ ਕੇਸ ਜਿਹੜਾ ਟਰੇਸ ਕਰ ਲਿਆ ਸੀ। ਉਹਦੇ ਵਿੱਚ ਇਹ ਸੀ ਕਿ ਇੱਕ ਬੰਦਾ ਉਹਦੇ ਕਿਸੇ ਹੋਰ ਲੇਡੀ ਨਾਲ ਅਫੇਅਰ ਸਨ ਜੀ ਜੀ ਜੀ, ਤੇ ਦੈਨ ਉਹ ਆਪਣੇ ਉਸ ਲੇਡੀ ਨੂੰ ਰੱਖਣ ਖਾਤਰ ਉਹਨੇ ਆਪਣੇ 3 ਬੱਚਿਆਂ ਦਾ ਕਤਲ ਕੀਤਾ ਤੇ ਆਪਣੀ ਵਾਈਫ ਨੂੰ ਗੋਲੀ ਮਾਰੀ। ਮੈਂ ਪਟਿਆਲਾ ਜ਼ਿਲ੍ਹਾ ਦੇ ਨਿਵਾਸੀਆਂ ਨੂੰ ਇਹੋ ਬੇਨਤੀ ਕਰਾਂਗਾ ਕਿ ਪੁਲਿਸ ਨਾਲ ਜਿੱਥੇ ਵੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਉਂਦੀ ਹੈ ਉੱਥੇ ਪੁਲਿਸ ਦੀ ਨਾਲ ਮਦਦ ਕਰੋ। ਲਾਅ ਐਂਡ ਆਰਡਰ ਆਪਣੇ ਹੱਥ 'ਚ ਨਾ ਲਓ। ਜਿੱਥੇ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਹੈ ਸਾਡੇ ਸੰਬੰਧਿਤ ਪੁਲਿਸ ਸਟੇਸ਼ਨ, ਡੀਐਸਪੀ ਮੇਰੇ ਤੱਕ ਜਦੋਂ ਮਰਜ਼ੀ ਤੁਸੀਂ ਆ ਕੇ ਪਹੁੰਚ ਕਰ ਸਕਦੇ ਹੋ। D5 ਚੈਨਲ ਪੰਜਾਬੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਸਾਡੇ ਵਿੱਚ ਇੱਕ ਬਹੁਤ ਹੀ ਤਜਰਬੇਕਾਰ ਮਹਾਨ ਸ਼ਖਸੀਅਤ ਸਰਦਾਰ ਮਹਿਲ ਸਿੰਘ ਭੁੱਲਰ ਦੇ ਸੁਪੁੱਤਰ ਜੋ ਪੰਜਾਬ ਪੁਲਿਸ ਦੇ ਡੀਜੀਪੀ ਰਹੇ ਸਨ, ਉਹਨਾਂ ਦੇ ਸੁਪੁੱਤਰ ਸਰਦਾਰ ਹਰਚਰਨ ਸਿੰਘ ਭੁੱਲਰ, ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਵਜੋਂ ਸੇਵਾਵਾਂ ਕਰਨ ਦਾ ਮੌਕਾ ਪ੍ਰਾਪਤ ਹੋਇਆ। ਉਹਨਾਂ ਦੀ ਯੋਗਤਾ ਨੂੰ ਦੇਖਦੇ ਹੋਏ ਸਾਡੇ ਦਰਮਿਆਨ ਨੇ। ਅਸੀਂ ਉਹਨਾਂ ਨਾਲ ਇਹ ਥੋੜ੍ਹੇ ਜਿਹੇ ਅਰਸੇ ਦੇ ਵਿੱਚ ਵੱਧ ਤੋਂ ਵੱਧ ਗੱਲਾਂ ਕਰਨ ਦਾ ਯਤਨ ਕਰਾਂਗੇ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ। ਭੁੱਲਰ ਸਾਹਿਬ, ਪਹਿਲਾਂ ਥੋੜ੍ਹਾ ਜਿਹਾ ਦੱਸੋ ਕਿ ਪੁਲਿਸ ਦੇ ਵਿੱਚ ਕਿਸ ਤਰ੍ਹਾਂ ਸਬੱਬ ਬਣਿਆ, ਤੁਸੀਂ ਕਿਸ ਤਰ੍ਹਾਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਸ਼ਮੂਲੀਅਤ ਕੀਤੀ? ਪੁਲਿਸ ਡਿਪਾਰਟਮੈਂਟ ਦੇ ਵਿੱਚ ਆਉਣ ਲਈ ਮੈਂ ਪਹਿਲਾਂ ਜਦੋਂ ਲਾਅ ਕੀਤਾ ਅਤੇ ਉਸ ਤੋਂ ਬਾਅਦ ਪ੍ਰੈਕਟਿਸ ਸਟਾਰਟ ਕੀਤੀ ਜੀ, ਤੇ ਖੂਨ ਦੇ ਵਿੱਚ ਹੀ ਸੀ ਆਪਣੇ ਪਿਤਾ ਜੀ ਦੀ ਨੌਕਰੀ ਨੂੰ ਦੇਖਦਿਆਂ ਹੋਇਆਂ ਹਾਂਜੀ, ਕਿ ਉਹਨਾਂ ਨੇ ਇਸ ਪੁਲਿਸ ਡਿਪਾਰਟਮੈਂਟ ਦੇ ਵਿੱਚ ਆ ਕੇ ਬੜੇ ਜਿਹੜੇ ਚੈਲੰਜਸ ਦੇਖੇ ਜੀ, ਤੇ ਮੇਰਾ ਵੀ ਉਦੋਂ ਮਨ ਕੀਤਾ ਕਿ ਮੈਂ ਵੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਹੜੀ ਆਪਣੀ ਨੌਕਰੀ ਜੁਆਇਨ ਕਰਾਂ। ਤੇ ਮੈਂ ਬਤੌਰ ਡੀਐਸਪੀ 1993 ਦੇ ਵਿੱਚ ਜੀ ਐਜ ਏ ਪੰਜਾਬ ਪੁਲਿਸ ਜੁਆਇਨ ਕੀਤੀ ਸੀ। ਕਿਹੜੇ ਅਹੁਦਿਆਂ 'ਤੇ ਤੁਸੀਂ? ਮੇਰੇ ਖਿਆਲ ਰਾਜਪੁਰਾ ਵੀ ਰਹੇ ਹੋ, ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਵੀ ਰਹੇ ਹੋ, ਕਿ ਕਿੱਥੇ ਪ੍ਰਮੁੱਖ ਤੌਰ 'ਤੇ ਰਹੇ ਹੋ? ਥੋੜ੍ਹਾ ਜਿਹਾ ਉਹ ਵੀ ਬੈਕਗਰਾਊਂਡ ਬਾਰੇ ਦੱਸ ਦਿਓ। ਮੈਂ ਪੰਜਾਬ ਦੇ ਵਿੱਚ ਕਈ ਸਬ ਡਿਵੀਜ਼ਨਾਂ ਦਾ ਡੀਐਸਪੀ ਰਿਹਾ, ਜਿਵੇਂ ਕਿ ਡੀਐਸਪੀ ਆਰ ਕਪੂਰਥਲਾ ਜੀ, ਡੀਐਸਪੀ ਆਰ ਅੰਮ੍ਰਿਤਸਰ ਜੀ, ਗੜ੍ਹਸ਼ੰਕਰ, ਰਾਜਪੁਰਾ, ਡੇਰਾਬੱਸੀ, ਅਮਲੋ, ਮੋਹਾਲੀ ਤੋਂ ਫਿਰ ਮੈਂ ਐਸਪੀ ਪ੍ਰਮੋਟ ਹੋ ਗਿਆ। ਉਦੋਂ ਮੋਹਾਲੀ ਡਿਸਟ੍ਰਿਕਟ ਨਹੀਂ ਸੀ ਬਣਿਆ ਤਾਂ ਮੋਹਾਲੀ ਦੇ ਵਿੱਚ ਐਸਪੀ ਰਿਹਾ ਜੀ, ਐਸਪੀਡੀ ਫਤਿਹਗੜ੍ਹ ਸਾਹਿਬ, ਅਤੇ ਉਸ ਤੋਂ ਬਾਅਦ ਮੈਂ ਐਸਐਸਪੀ ਜਾ ਕੇ ਜਗਰਾਉਣ ਲੱਗ ਗਿਆ ਸੀ।
ਜੀ ਜੀ ਜਗਰਾਓਂ ਤੋਂ ਬਾਅਦ GRP ਦੇ ਵਿੱਚ ਹੈ ਜੀ EIG ਨੌਕਰੀ ਕੀਤੀ। ਉਸ ਤੋਂ ਬਾਅਦ ਜੁਆਇੰਟ ਡਾਇਰੈਕਟਰ ਵਿਜੀਲੈਂਸ ਬਿਊਰੋ ਦੇ ਵਿੱਚ, ਦੈਨ SSP ਬਰਨਾਲਾ, ਨਾਲ ਮੇਰੇ ਕੋਲ ਐਡੀਸ਼ਨਲ ਚਾਰਜ ਸੰਗਰੂਰ ਦਾ ਵੀ ਰਿਹਾ। ਉਸ ਤੋਂ ਬਾਅਦ ਰੈਗੂਲਰ ਐਜ ਏ SSP ਪੌਣੇ 3 ਸਾਲ ਮੈਂ ਸੰਗਰੂਰ ਰਿਹਾ। ਸੰਗਰੂਰ ਤੋਂ ਬਾਅਦ SSP ਖੰਨਾ, SSP ਫਤਿਹਗੜ੍ਹ ਸਾਹਿਬ, SSP ਹੁਸ਼ਿਆਰਪੁਰ, SSP ਗੁਰਦਾਸਪੁਰ, SSP ਮੋਹਾਲੀ, ਅਤੇ ਉਸ ਤੋਂ ਬਾਅਦ ਫਿਰ ਦੁਬਾਰਾ ਜੁਆਇੰਟ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਵਿਜੀਲੈਂਸ ਬਿਊਰੋ, ਅਤੇ ਹੁਣ SSP ਪਟਿਆਲਾ। ਇਹਦੇ ਵਿਚਾਲੇ ਵਿੱਚ ਮੈਂ ਕੁਝ ਸਮਾਂ ਕਮਾਂਡੈਂਟ ਵੀ ਕਈ ਬਟਾਲੀਅਨ ਦਾ ਰਿਹਾ, 3rd ਕਮਾਂਡੋ, 4th ਕਮਾਂਡੋ ਦਾ 2 ਵਾਰੀ ਕਮਾਂਡੈਂਟ, 82 ਬਟਾਲੀਅਨ PAP ਦਾ ਕਮਾਂਡੈਂਟ, ਐਂਡ EIG ਕ੍ਰਾਈਮ ਵੀ ਸੇਵਾਵਾਂ ਨਿਭਾਈਆਂ ਨੇ। ਅਤੇ ਹੁਣ 14 ਤਰੀਕ ਨੂੰ ਐਜ SSP ਪਟਿਆਲਾ ਜੁਆਇਨ ਕੀਤਾ। ਤੁਹਾਡਾ ਇਸ ਗੱਲ ਦਾ ਬਹੁਤ ਸਵਾਗਤ ਜੀ, ਬਹੁਤ ਤਜਰਬੇਕਾਰ ਹੋ। ਪੁਲਿਸ ਸਾਹਿਬ, ਇਹ ਦੱਸੋ ਕਿ ਪੁਲਿਸ ਵਿਭਾਗ ਵਿੱਚ ਹੁਣ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਨੇ, ਅਤੇ ਉਹਨਾਂ ਦੇ ਵਿੱਚੋਂ ਪੁਲਿਸ ਡਿਪਾਰਟਮੈਂਟ ਨੂੰ ਨਿਕਲਣ ਵਾਸਤੇ ਕੀ ਕੀ ਯਤਨ ਕਰਨੇ ਚਾਹੀਦੇ ਨੇ? ਪੁਲਿਸ ਡਿਪਾਰਟਮੈਂਟ ਦੇ ਵਿੱਚ ਹਮੇਸ਼ਾ ਹੀ ਪੁਲਿਸ ਨੂੰ ਸਾਹਮਣੇ ਕੋਈ ਨਾ ਕੋਈ ਚੁਣੌਤੀ ਜਿਹੜੀ ਹੈ ਮਿਲਦੀ ਰਹੀ ਹੈ। ਜਿਵੇਂ ਕਿ ਪਹਿਲਾਂ ਪੰਜਾਬ ਪੁਲਿਸ ਅੱਗੇ ਅੱਤਵਾਦ ਦੀ ਬੜੀ ਵੱਡੀ ਚੁਣੌਤੀ ਸੀ ਜੀ। ਸਮੇਂ ਮੁਤਾਬਕ ਜਿਹੜੇ ਆ ਜਿਵੇਂ ਜਿਵੇਂ ਹਾਲਾਤ ਹੁੰਦੇ ਨੇ, ਲਾਅ ਐਂਡ ਆਰਡਰ ਨੂੰ ਦੇਖਦਿਆਂ ਹੁੰਦੇ ਆ, ਕਈ ਚੁਣੌਤੀਆਂ ਜਿਹੜੀਆਂ ਸਾਹਮਣੇ ਆਈਆਂ ਨੇ, ਉਹ ਪੰਜਾਬ ਪੁਲਿਸ ਨੇ ਬੜੀ ਹੀ ਬਹਾਦਰੀ ਨਾਲ, ਸਾਡੇ ਅਫਸਰਾਂ ਨੇ, ਸਾਡੇ ਜਵਾਨਾਂ ਨੇ ਉਹਨਾਂ ਚੁਣੌਤੀਆਂ ਦੇ ਵਿੱਚੋਂ ਕਾਮਯਾਬ ਹੋ ਕੇ ਜਿਹੜੇ ਅੱਗੇ ਨਿਕਲੇ। ਇਹਨਾਂ ਦੇ ਵਿੱਚ ਕੀ ਸਮਝਦੇ ਹੋ ਕਿ ਕਿਹੜੇ ਸੁਧਾਰ ਹੁਣ ਸਾਨੂੰ ਜ਼ਰੂਰਤ ਹੈਗੀ ਹੈ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੁਸੀਂ ਮਹਿਸੂਸ ਕਰਦੇ ਹੋ ਕਿ ਆਧੁਨਿਕ ਚੀਜ਼ਾਂ ਕੋਈ ਤਫਤੀਸ਼ ਦੇ ਵਿੱਚ ਹੋਵੇ? ਜਾਂ ਸਮੇਂ ਮੁਤਾਬਕ ਨਵੀਂ ਟੈਕਨੋਲੋਜੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਆਉਂਦੀ ਰਹੀ ਹੈ, ਔਰ ਉਹਦੇ ਮੁਤਾਬਕ ਜਿਹੜੀ ਹੈ ਪੰਜਾਬ ਪੁਲਿਸ ਆਪਣੀ ਟ੍ਰੇਨਿੰਗ ਨੂੰ ਵੀ ਅੱਗੇ ਨਾਲੋਂ ਇੰਪਰੂਵ ਕਰਦੀ ਰਹੀ ਹੈ, ਔਰ ਅਲੱਗ-ਅਲੱਗ ਜਾ ਕੇ ਸਾਡੇ ਜਿਹੜੇ ਰਿਫਰੈਸ਼ਰ ਕੋਰਸਸ ਔਰ ਹੋਰ ਜਾ ਕੇ ਸਾਡੇ CBI ਦੇ ਵਿੱਚ ਟ੍ਰੇਨਿੰਗ, ਕਈ ਹੋਰ ਇਸ ਤਰ੍ਹਾਂ ਦੇ ਅਦਾਰੇ ਨੇ ਜਿੱਥੇ ਸਾਨੂੰ ਟ੍ਰੇਨਿੰਗ ਮਿਲੀ ਹੈ, ਔਰ ਸਾਡੇ ਹੀ ਕਈ ਅਫਸਰਾਂ ਨੇ ਬਾਹਰਲੇ ਕੰਟਰੀ ਦੇ ਵਿੱਚ ਵੀ ਜਾ ਕੇ ਜਿਹੜੀ ਟ੍ਰੇਨਿੰਗ ਲਈ ਹੈ। ਜਿਹੜੇ ਸਾਡੇ ਇਹ ਪੁਲਿਸ ਦੇ ਸਾਹਮਣੇ ਚੁਣੌਤੀਆਂ ਆਈਆਂ ਨੇ, ਇਹ ਬੜੀ ਹੀ ਸੂਝ-ਬੂਝ ਨਾਲ ਅਤੇ ਤਜਰਬੇ ਨਾਲ ਇਹ ਸਾਰੀਆਂ ਚੁਣੌਤੀਆਂ ਦਾ ਜਿਹੜਾ ਹੱਲ ਕੀਤਾ ਗਿਆ। ਪੁਲਿਸ ਸਾਹਿਬ, ਤੁਸੀਂ ਬਹੁਤ ਬਹਾਦਰੀ ਨਾਲ ਕੰਮ ਕੀਤੇ ਹੈਗੇ ਨੇ। ਜਦੋਂ ਤੁਸੀਂ ਅਪਰਾਧਕ ਲੋਕਾਂ ਨਾਲ ਬਾਹ ਪੈਂਦਾ ਹੈ ਤਾਂ ਕੀ ਹੋਇਆ ਮਹਿਸੂਸ ਕੀਤਾ ਕਿ ਲੋਕ ਬਾਰ-ਬਾਰ ਇਹ ਅਪਰਾਧਾਂ ਵੱਲ ਕਿਉਂ ਜਾ ਰਹੇ ਨੇ? ਕੋਈ ਵੱਧਦੀ ਹੈ, ਜਾਂ ਕੀ ਤੁਸੀਂ ਮਹਿਸੂਸ ਕੀਤਾ ਕਿ ਇਹਨਾਂ ਕਾਰਨਾਂ ਕਰਕੇ ਲੋਕ ਅਪਰਾਧ ਵੱਲ ਆਕਰਸ਼ਿਤ ਹੁੰਦੇ ਨੇ, ਜਾਂ ਫਿਲਮਾਂ ਵਗੈਰਾ ਤੋਂ ਦੇਖ ਕੇ? ਦੇਖੋ, ਇਸ ਤਰ੍ਹਾਂ ਦੇ ਕਈ ਕਾਰਨ ਹੋ ਸਕਦੇ ਨੇ ਜੀ, ਕਿ ਜਿਹੜੇ ਲੋਕ ਕਿਸੇ ਤਰ੍ਹਾਂ ਦਾ ਕੋਈ ਅਪਰਾਧ ਜਿਹੜਾ ਕਰਦੇ ਨੇ, ਉਹਦੇ 'ਚ ਇਹ ਨਹੀਂ ਕਿ ਇੱਕ ਤਰ੍ਹਾਂ ਦਾ ਹੀ ਜਿਹੜਾ ਅਪਰਾਧ ਹੁੰਦਾ, ਕਈ ਤਰ੍ਹਾਂ ਦੇ ਨੇ। ਕਈ ਲੋਕ ਫਿਲਮਾਂ ਦੇਖ ਕੇ ਕਰ ਲੈਂਦੇ ਨੇ, ਕਈ ਲੋਕ ਫਰਸਟ੍ਰੇਟ ਹੋ ਕੇ ਕਰ ਲੈਂਦੇ ਨੇ, ਕਈ ਲੋਕ ਨਸ਼ਿਆਂ ਦੀ ਖਾਤਰ ਜਿਹੜਾ ਅਪਰਾਧ ਦੀ ਦੁਨੀਆ ਦੇ ਵਿੱਚ ਪੈ ਜਾਂਦੇ ਨੇ। ਲੇਕਿਨ ਇਹਨਾਂ ਅਪਰਾਧਾਂ ਦੇ ਪਿਛੋਕੜ ਨੂੰ ਜਾਣਦਿਆਂ ਹੋਇਆਂ ਮੈਂ ਜਿੱਥੇ ਰਿਹਾ ਜੀ, ਉਹਨਾਂ ਸਾਰੇ ਹੀ ਮਸਲਿਆਂ ਨੂੰ ਸਾਡੀਆਂ ਟੀਮਾਂ ਨੇ, ਸਾਡੇ ਸਟਾਫ ਨੇ ਸਲਾਹ ਕਰਕੇ ਔਰ ਉਹਨਾਂ ਨੂੰ ਹੱਲ ਕੀਤਾ। ਅਤੇ ਆਪਣੀ ਜਿਹੜੀ ਲਾਈਫ ਦੇ ਤਜਰਬੇ ਜਿਹੜੇ ਨੇ ਪੁਲਿਸ ਦੇ, ਸਾਡੇ SHO, DSP, SPs, ਜਦੋਂ ਉਹਨਾਂ ਨਾਲ ਇੱਕ ਟੀਮ ਵਰਕ ਦੇ ਤੌਰ 'ਤੇ ਕੰਮ ਜਦੋਂ ਕੀਤਾ ਜਾਂਦਾ ਹੈ, ਅਤੇ ਜਿੰਨੇ ਵੀ ਮੈਟਰ ਨੇ ਉਹ ਸਾਰੇ ਉਹ ਹੱਲ ਹੋਏ ਨੇ। ਮੈਂ ਆਪਣੀ ਸਰਵਿਸ ਦੇ ਵਿੱਚ ਇਹ ਦੇਖਿਆ। ਪੁਲਿਸ ਸਾਹਿਬ, ਦੇਖਿਆ ਇਹ ਜਾਂਦਾ ਹੈਗਾ ਕਿ ਅਪਰਾਧਕ ਲੋਕ ਬਹੁਤ ਸਾਰੇ ਅਪਰਾਧ ਕਰਦੇ ਨੇ। ਤੁਸੀਂ ਬਹੁਤ ਸਾਰੀਆਂ ਤਫਤੀਸ਼ਾਂ ਕੀਤੀਆਂ ਨੇ, ਕੋਈ ਅਜਿਹੀ ਤਫਤੀਸ਼ ਸਾਡੇ ਨਾਲ ਸਾਂਝੀ ਕਰੋ ਕਿ ਜਿਹਨੂੰ ਹੱਲ ਕਰਕੇ ਉਹ ਕੇਸ ਨੂੰ ਤੁਹਾਨੂੰ ਸਭ ਤੋਂ ਵੱਧ ਸੰਤੁਸ਼ਟੀ ਹੋਈ ਹੋਵੇ, ਮਨ ਦੇ ਵਿੱਚ ਸਕੂਨ ਆਇਆ ਹੋਵੇ ਵੀ ਹਾਂ ਯਾਰ ਇਹ ਬਹੁਤ ਵੱਡਾ ਸੀ ਅਤੇ ਇਹ ਕੋਈ ਅਪਰਾਧ ਇਸ ਕਿਸਮ ਦਾ ਸੀ ਜਿਹਦਾ ਪਤਾ ਹੀ ਨਹੀਂ ਸੀ ਲੱਗ ਰਿਹਾ। ਤੁਸੀਂ ਸੈਂਕੜੇ ਕੀਤੀਆਂ ਨੇ ਜਿਨ੍ਹਾਂ ਬਾਰੇ ਮੈਨੂੰ ਪਤਾ ਹੈਗਾ। ਕੋਈ ਤੁਹਾਨੂੰ ਲੱਗੇ ਕਿ ਆਹ ਕਿਸੇ ਗਰੀਬ ਦਾ ਸੀ ਜਾਂ ਇਹਦਾ ਬਹੁਤ ਸੰਤੁਸ਼ਟੀ ਵਾਲਾ ਕਦਮ ਰਿਹਾ ਹੋਵੇ? ਮੈਂ ਜਦੋਂ DSP ਰਾਜਪੁਰਾ ਸੀ ਜੀ, ਤਾਂ ਉਸ ਸਮੇਂ ਇੱਕ ਬੰਦੇ ਨੇ ਆਪਣੇ 3 ਬੱਚਿਆਂ ਦਾ ਮਰਡਰ ਕੀਤਾ ਸੀ। ਜੀ, ਔਰ ਉਹਨੇ ਆਪਣੀ ਵਾਈਫ ਨੂੰ ਵੀ ਗੋਲੀ ਮਾਰੀ ਸੀ ਕਿ ਜਿਹੜੀ ਬਚ ਗਈ ਸੀ ਜੀ। ਉਸ ਕੇਸ ਦੀ ਤਫਤੀਸ਼ ਦੇ ਵਿੱਚ ਮੈਂ ਆਪ ਪਰਸਨਲੀ ਇਨਵੋਲਵ ਹੋ ਕੇ ਉਹ ਜਾ ਕੇ ਮੈਟਰ ਅਸੀਂ ਹੱਲ ਕੀਤਾ। ਜਦੋਂ ਸਾਡੇ ਕੋਲ ਇਨਫੋਰਮੇਸ਼ਨ ਮਿਲੀ ਤਾਂ ਕੋਈ ਬਲਾਈਂਡ ਕੇਸ ਸੀ। ਜੀ। ਲੇਕਿਨ
ਅਸੀਂ ਉਹਨਾਂ ਨੂੰ 24 ਆਵਰਸ ਦੇ ਵਿੱਚ ਹੀ ਉਹ ਕੇਸ ਜਿਹੜਾ ਟਰੇਸ ਕਰ ਲਿਆ ਸੀ। ਉਹਦੇ ਵਿੱਚ ਇਹ ਸੀ ਕਿ ਇੱਕ ਬੰਦਾ ਉਹਦੇ ਕਿਸੇ ਹੋਰ ਲੇਡੀ ਨਾਲ ਅਫੇਅਰ ਸਨ ਜੀ ਜੀ ਜੀ। ਅਤੇ ਦੈਨ ਉਹ ਆਪਣੇ ਉਸ ਲੇਡੀ ਨੂੰ ਰੱਖਣ ਖਾਤਰ ਉਹਨੇ ਆਪਣੇ 3 ਬੱਚਿਆਂ ਦਾ ਕਤਲ ਕੀਤਾ ਅਤੇ ਆਪਣੀ ਵਾਈਫ ਨੂੰ ਗੋਲੀ ਮਾਰੀ। ਔਰ ਉਹਦੀ ਵਾਈਫ ਨੂੰ ਅਸੀਂ ਇਸ ਤਰੀਕੇ ਬਚਾਇਆ ਕਿ ਸਾਡਾ ਇੱਕੋ ਇੱਕ ਹੀ ਸਬੂਤ ਸੀ ਹਾਂਜੀ ਜਿਹੜਾ ਕਿ ਗਵਾਹੀ ਦਾ ਸੀ ਜੀ ਅਤੇ ਉਹਦਾ ਇਲਾਜ ਕਰਵਾਇਆ। ਇਲਾਜ ਕਰਵਾ ਕੇ ਅਦਾਲਤ ਦੇ ਵਿੱਚ ਉਹਦੀ ਪ੍ਰੋਪਰ ਸ਼ਹਾਦਤ ਹੋਈ ਔਰ ਜਿਹੜੇ ਬੰਦਿਆਂ ਨੂੰ ਸਜ਼ਾ ਹੋਈ ਉਹਦੇ ਵਿੱਚ। ਇਸ ਤੋਂ ਸਿਵਾਏ ਕਈ ਇੱਦਾਂ ਦੇ ਕੇਸਿਸ ਆਏ ਨੇ ਜਿਹੜੇ ਕਿ ਡਰੱਗਸ ਦੇ ਅਕੋਰਡਿੰਗਲੀ ਜੇ ਦੇਖਿਆ ਜਾਵੇ ਤਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੈਂ 2 ਕੇਸ ਇੱਦਾਂ ਦੇ ਜਿਹੜੇ ਟਰੇਸ ਕੀਤੇ ਜਿਹਦੇ ਵਿੱਚ ਕਿ ਨਸ਼ੇ ਖਾਤਰ ਮੁੰਡਿਆਂ ਨੇ ਆਪਣੇ ਬਾਪ ਨੂੰ ਮਾਰ ਕੇ ਘਰਾਂ ਦੇ ਵਿੱਚ ਦੱਬਤਾ ਸੀ। ਜੀ ਜੀ। ਤਾਂ ਉਹ ਬੜੀ ਡੂੰਘਾਈ ਦੇ ਵਿੱਚ ਤਫਤੀਸ਼ ਕੀਤੀ, ਉਹ ਵੀ ਮੁਕੱਦਮੇ ਜਿਹੜੇ ਅਸੀਂ ਟਰੇਸ ਕੀਤੇ। ਜੀ। ਹੋਰ ਵੀ ਕਈ ਕੇਸਿਸ ਨੇ ਜਿਨ੍ਹਾਂ ਨੂੰ ਬੜੀ ਡੀਪਲੀ ਇਨਵੈਸਟੀਗੇਸ਼ਨ ਦੇ ਵਿੱਚ ਜਾ ਕੇ ਅੱਗੇ ਉਹ ਮੈਟਰ ਅਸੀਂ ਹੱਲ ਕੀਤੇ ਨੇ। ਹਰੇਕ ਜ਼ਿਲ੍ਹੇ ਦੇ ਵਿੱਚ ਕੋਈ ਇੱਦਾਂ ਦੇ ਕੇਸ ਆ ਹੀ ਜਾਂਦੇ ਨੇ। ਭੁੱਲਰ ਸਾਹਿਬ, ਇਸ ਵੇਲੇ ਤੁਸੀਂ SSP ਪਟਿਆਲਾ ਦੇ ਤੌਰ 'ਤੇ ਆਏ ਹੋ। ਅਸੀਂ ਤਾਂ ਚਾਹਾਂਗੇ ਜਲਦੀ, ਕਿਉਂਕਿ DIG ਦੇ ਤੌਰ ਦੇ ਉੱਤੇ ਵੀ ਤੁਹਾਨੂੰ ਦੇਖਣਾ, ਸਿਲੈਕਸ਼ਨ ਗ੍ਰੇਡ ਦੇ ਵਿੱਚ ਤੁਸੀਂ ਆ ਗਏ ਹੋ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਤੁਹਾਨੂੰ ਕਿ ਜੇ ਇਹਦੇ ਜਿਹੜੇ ਗੈਂਗਸਟਰ ਅਤੇ ਖਾੜਕੂ ਇਹ ਕਿਤੇ ਆਪਸੀ ਸੰਬੰਧ ਦੇ ਵਿੱਚ ਤਾਂ ਨਹੀਂ ਹੈਗੇ? ਦੇਖੋ, ਜਿਹੜੇ ਖਾੜਕੂਆਂ ਨੇ ਉਹਨਾਂ ਨੇ ਆਪਸ ਦੇ ਵਿੱਚ ਜਦੋਂ ਪਹਿਲਾਂ ਅੱਤਵਾਦੀ ਜਿਹੜੀ ਲੜਾਈ ਚੱਲਦੀ ਸੀ ਜੀ ਜੀ, ਅਤੇ ਉਹਨਾਂ ਨੇ ਕਈ ਇਨੋਸੈਂਟ ਜਿਹੜੀਆਂ ਜਾਨਾਂ ਲਈਆਂ। ਜਿਹੜੇ ਇਹ ਆਪਾਂ ਹੁਣ ਇਹਨਾਂ ਨੂੰ ਗੈਂਗਸਟਰ ਕਹਿ ਦਿੰਦੇ ਹਾਂ, ਪਰ ਮੈਂ ਉਹਨਾਂ ਨੂੰ ਕ੍ਰਿਮੀਨਲਸ ਕਹਾਂਗਾ ਜੀ। ਇਹ ਪਹਿਲਾਂ ਆਪਣੀਆਂ ਛੋਟੀਆਂ ਮੋਟੀਆਂ ਲੁੱਟਾਂ ਖੋਹਾਂ ਤੋਂ ਸ਼ੁਰੂ ਹੋ ਕੇ ਅਤੇ ਅੱਗੇ ਆਪਣਾ ਇਹਨਾਂ ਨੇ ਇੱਕ ਗਰੁੱਪ ਬਣਾ ਕੇ ਇਹਨਾਂ ਨੇ ਲੁੱਟਾਂ ਖੋਹਾਂ ਕਰਨੀਆਂ ਸ਼ੁਰੂ ਕਰਤੀਆਂ, ਜਾਂ ਕਿਤੇ ਕੋਈ ਬੰਦਾ ਮਾਰਤਾ ਕਿਸੇ ਤੋਂ ਕੋਈ ਪੈਸੇ ਲੈ ਕੇ। ਇਹ ਬੰਦੇ ਜਿਹੜੇ ਨੇ ਇਹਨਾਂ ਨੂੰ ਇੱਕ ਗੈਂਗਸਟਰ ਨਾਂ ਦੇਣਾ ਨਾਲੋਂ ਇਹਨਾਂ ਨੂੰ ਕ੍ਰਿਮੀਨਲਸ ਕਹਿਣਾ ਇਹ ਠੀਕ ਹੈ, ਕਿ ਕਿਉਂਕਿ ਇਹ ਇਸ ਤਰ੍ਹਾਂ ਦੇ ਕ੍ਰਾਈਮ ਜਿਹੜੇ ਨੇ ਆਪਣੀ ਸੋਚ ਸਮਝ ਮੁਤਾਬਕ ਕੇ ਲੋਕਾਂ ਤੋਂ ਪੈਸੇ ਲੈ ਕੇ ਵੀ ਕਰਦੇ ਨੇ, ਔਰ ਆਪਸ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਦੁਸ਼ਮਣੀਆਂ ਪਈਆਂ ਨੇ ਉਹ ਦੁਸ਼ਮਣੀਆਂ ਕੱਢਣ ਲਈ ਵੀ ਇਹ ਜਿਹੜੇ ਕਰਦੇ ਰਹੇ ਨੇ। ਤੁਹਾਡੇ ਆਉਣ ਤੋਂ ਬਾਅਦ ਭੁੱਲਰ ਸਾਹਿਬ ਪਟਿਆਲਾ ਪੁਲਿਸ ਨੇ ਵੀ 2-3 ਚੰਗੀਆਂ ਪ੍ਰਾਪਤੀਆਂ, ਜਿਹੜੀਆਂ ਬਹੁਤ ਕ੍ਰਿਮੀਨਲ ਉਲਝੇ ਹੋਏ ਕੇਸ ਸੀ, ਉਹ ਵੀ ਹੱਲ ਹੋਏ ਨੇ। ਤੁਹਾਨੂੰ ਲੱਗਦਾ ਕਿ ਹੁਣ ਜਿਹੜਾ ਫੈਸਟੀਵਲ ਸੀਜ਼ਨ ਆਇਆ ਉਹਦੇ ਲਈ ਤੁਸੀਂ ਪਟਿਆਲਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ, ਔਰ ਕਿਸ ਤਰ੍ਹਾਂ ਦੇ ਪ੍ਰਬੰਧ ਤੁਸੀਂ ਪੁਲਿਸ ਡਿਪਾਰਟਮੈਂਟ ਵੱਲੋਂ ਕੀਤੇ ਨੇ? ਸਭ ਤੋਂ ਪਹਿਲਾਂ ਤਾਂ ਜਦੋਂ ਮੈਂ ਪਟਿਆਲੇ ਜੁਆਇਨ ਕੀਤਾ ਤਾਂ ਮੈਂ ਜਿੰਨੇ ਸਾਡੇ ਬਲਾਈਂਡ ਮਰਡਰ ਕੇਸਿਸ ਸੀ ਜੀ ਉਹ ਦੇਖੇ। ਉਹਦੇ 'ਚ ਇੱਕ ਪਾਸੋਂ ਦਾ ਬਲਾਈਂਡ ਮਰਡਰ ਸੀ ਜੀ, ਉਹ ਸਾਡੀ ਟੀਮ ਨੇ ਬੜੀ ਜਲਦੀ ਉਹਨੂੰ ਸੋਲਵ ਕਰ ਲਿਆ ਜੀ। ਉਸ ਤੋਂ ਸਿਵਾਏ ਇੱਕ ਬੰਦੇ ਨੇ 2 ਲੇਡੀਜ਼ ਦਾ ਕਤਲ ਕੀਤਾ ਸੀ ਜੀ, ਉਹ ਵੀ ਅਸੀਂ ਟਰੇਸ ਕਰ ਲਿਆ ਜੀ। ਦੀਵਾਲੀ ਦੇ ਮੌਕੇ 'ਤੇ ਮੈਂ ਜਿੱਥੇ ਪਟਿਆਲਾ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਵਧਾਈ ਦਿੰਦਾ, ਉੱਥੇ ਮੈਂ ਇਹੋ ਕਹਾਂਗਾ ਕਿ ਦੀਵਾਲੀ ਦੇ ਵਿੱਚ ਜਿਹੜੇ ਵੱਡੇ ਪਟਾਕੇ ਨੇ ਉਹ ਨਾ ਵਰਤੇ ਜਾਣ ਜੀ, ਔਰ ਜਿਹੜੀਆਂ ਥਾਵਾਂ 'ਤੇ ਸਰਕਾਰ ਵੱਲੋਂ ਅਲਾਓ ਕੀਤਾ ਗਿਆ ਛੋਟੇ ਪਟਾਕੇ ਉਹ ਉੱਥੇ ਹੀ ਰੱਖੇ ਜਾਣ, ਉੱਥੋਂ ਲੋਕ ਆਪਣਾ ਜਿਹੜਾ ਉਹ ਖਰੀਦ ਸਕਦੇ ਨੇ। ਬਾਜ਼ਾਰਾਂ ਦੇ ਵਿੱਚ ਜਿਹੜੀ ਉਹ ਵੱਡੇ ਪਟਾਕੇ ਕੋ ਨਾ ਰੱਖਣ, ਕਿਉਂਕਿ ਅੱਜ ਹੀ ਤੁਸੀਂ ਪੜ੍ਹਿਆ ਹੋਣਾ ਹੈ ਕਿ ਗੌਰਮੈਂਟ ਵੱਲੋਂ ਜਿਹੜਾ ਬੈਨ ਕੀਤਾ ਗਿਆ। ਹਾਂਜੀ ਹਾਂਜੀ। ਅਤੇ ਜਿਹੜੇ ਵੀ ਇਸ ਤਰ੍ਹਾਂ ਕੋਈ ਉਲੰਘਣਾ ਕਰਨਗੇ ਉਹਨਾਂ 'ਤੇ ਪੁਲਿਸ ਵੱਲੋਂ ਸਖਤ ਕਾਰਵਾਈ ਵੀ ਕੀਤੀ ਜਾਏਗੀ। ਅਤੇ ਲੋਕਾਂ ਨੂੰ ਮੈਂ ਇਹੋ ਕਹਾਂਗਾ ਕਿ ਆਤਿਸ਼ਬਾਜ਼ੀ ਦੇ ਵਿੱਚ ਕਈ ਵਾਰ ਬੱਚਿਆਂ ਨੂੰ ਨੁਕਸਾਨ ਹੋ ਜਾਂਦਾ ਹੈ, ਉਹਨਾਂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਨੇ, ਔਰ ਪੋਲਿਊਸ਼ਨ ਬੜਾ ਵੱਧਦਾ ਜੀ। ਔਰ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਹ ਆਤਿਸ਼ਬਾਜ਼ੀ ਜਿਹੜੀ ਹੈ ਉਹ ਬਹੁਤ ਹੀ ਸੀਮਤ ਥੱਲੇ ਲੈਵਲ ਤੱਕ ਜਿਹੜੀ ਉਹ ਘੱਟ ਰੱਖਣ। ਭੁੱਲਰ ਸਾਹਿਬ, ਮਤਲਬ ਤੁਸੀਂ ਬਹੁਤ ਲੰਬਾ ਸਮਾਂ ਇਸ ਡਿਪਾਰਟਮੈਂਟ ਦੀ ਸੇਵਾ ਕਰ ਰਹੇ ਹੋ, ਕੀ ਇਸ ਡਿਪਾਰਟਮੈਂਟ ਦੇ ਵਿੱਚ ਰਾਜਨੀਤਿਕ ਦਬਾਅ ਵੀ ਆਉਂਦਾ ਜੀ? ਦੇਖੋ, ਜਦੋਂ ਤੁਸੀਂ ਮੈਰਿਟ 'ਤੇ ਕੰਮ ਕਰਦੇ ਹੋ, ਮੇਰੇ ਤੱਕ ਤਾਂ ਅਜੇ ਕਦੀ ਰਾਜਨੀਤਿਕ ਦਬਾਅ ਨਹੀਂ ਆਇਆ ਜੀ। ਜਿੱਥੇ ਵੀ ਕਿਤੇ ਟਰਾਂਸਫਰ ਪੋਸਟਿੰਗ ਹੋਈ ਹੈ ਉਹ ਮੈਰਿਟ ਦੇ ਆਧਾਰ 'ਤੇ ਹੋਈ ਹੈ, ਔਰ ਪਿਛਲੇ ਕੰਮਕਾਰ ਨੂੰ ਦੇਖਦਿਆਂ ਹੋਇਆਂ ਹੋਈ ਹੈ। ਇਸ ਨੂੰ ਦੇਖਦਿਆਂ ਗੌਰਮੈਂਟ ਨੇ ਤੁਹਾਨੂੰ ਸਨਮਾਨ ਵੀ ਦਿੱਤਾ ਹੈਗਾ, ਇਸ ਗੱਲ ਦੀ ਅਸੀਂ ਵਧਾਈ ਦਿੰਦੇ ਹਾਂ ਤੁਹਾਨੂੰ। ਸੈਂਟਰ ਗੌਰਮੈਂਟ ਦੇ ਵੱਲੋਂ ਵੀ ਤੁਹਾਨੂੰ ਮਿਲਿਆ ਹੈਗਾ। ਪਰ ਇੱਕ ਮੈਨੂੰ ਪਟਿਆਲਾ ਵਾਸੀਆਂ ਨੂੰ ਜਦੋਂ ਪਤਾ ਲੱਗਿਆ ਕਿ ਤੁਸੀਂ ਇੱਥੇ ਆ ਰਹੇ ਹੋ, ਉਹਨਾਂ ਦੀ ਇੱਕ ਬੇਨਤੀ ਹੈ, ਉਹ ਬੇਨਤੀ ਤੁਹਾਡੇ ਥਰੂ ਮੈਂ ਕਹਿਣਾ ਚਾਹੁੰਦਾ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹ ਕਾਫੀ ਜ਼ਿਆਦਾ ਹੈਗੀ ਹੈ, ਇਹਦੇ ਲਈ ਕੁਝ ਠੋਸ ਕਦਮ ਜੇ
ਹੋ ਸਕੇ ਤਾਂ ਇਹਨੂੰ ਸਰਲ ਕੀਤਾ ਜਾਵੇ। ਸ਼ਹਿਰਾਂ ਦੇ ਵਿੱਚ ਆਮ ਇੱਕੋ ਹੀ ਚੀਜ਼ ਘਟ ਜਾਵੇ ਕਿ ਜਿਹੜੀ ਲੋਡਿੰਗ ਤੇ ਡੀਲੋਡਿੰਗ ਹੈ ਉਹ ਰਾਤ ਨੂੰ ਹੋ ਜੇ ਤੇ ਅੱਧੀ ਤੋਂ ਵੱਧ ਸਮੱਸਿਆ ਜਿਹੜੀ ਸਾਡੀ ਉਹ ਖਤਮ ਹੋ ਸਕਦੀ ਹੈ। ਇਹਦੇ ਲਈ ਤੁਸੀਂ ਕੋਈ ਪਲਾਨ ਬਣਾਇਆ ਹੋਇਆ? ਦੇਖੋ, ਜਿਹੜੀ ਟ੍ਰੈਫਿਕ ਦੀ ਤੁਸੀਂ ਰਾਤ ਦਾ ਦੱਸਿਆ, ਲੋਡਿੰਗ ਤੇ ਡੀਲੋਡਿੰਗ ਜਿਹੜੀ ਹੈ ਡੀ ਸਾਹਿਬ ਨਾਲ ਇਹਦੇ ਬਾਰੇ ਮੀਟਿੰਗ ਕਰਾਂਗੇ ਜੀ। ਬਾਕੀ ਅਦਰਵਾਈਜ਼ ਜਿਹੜੀ ਟ੍ਰੈਫਿਕ ਦੇ ਮੇਨ ਪੁਆਇੰਟ ਨੇ ਉੱਥੇ ਸਾਡੀ ਟ੍ਰੈਫਿਕ ਫੋਰਸ ਲੱਗੀ ਹੁੰਦੀ ਹੈ। ਇਹਦੇ 'ਚ ਮੈਂ ਪਬਲਿਕ ਨੂੰ ਵੀ ਬੇਨਤੀ ਕਰਾਂਗਾ ਕਿ ਅਗਰ ਉਹ ਟ੍ਰੈਫਿਕ ਰੂਲਸ ਦੀ ਪਾਲਣਾ ਕਰਨ ਜੀ ਤਾਂ ਟ੍ਰੈਫਿਕ ਦੀ ਜਿਹੜੀ ਹੈ ਉਹ ਪ੍ਰੋਬਲਮ ਆਏਗੀ ਨਹੀਂ। ਜੀ ਜੀ ਕਿਉਂਕਿ ਸਾਡੇ ਲੋਕਾਂ ਨੂੰ ਟ੍ਰੈਫਿਕ ਦੀ ਆਪ ਬਹੁਤ ਜ਼ਿਆਦਾ ਉਲੰਘਣਾ ਕੀਤੀ ਜਾਂਦੀ ਹੈ ਤੇ ਜਿੱਥੇ ਸਾਡੀ ਟ੍ਰੈਫਿਕ ਦੇ ਨਾਕੇ ਨੇ, ਅਸੀਂ ਮੂਵਲ ਨਾਕੇ ਵੀ ਲਾਏ ਨੇ ਜੀ। ਜਿਹੜੇ ਲੋਕ ਟ੍ਰੈਫਿਕ ਰੂਲਸ ਦੀ ਉਲੰਘਣਾ ਕਰਦੇ ਆ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਐਕਸ਼ਨ ਵੀ ਲੈਂਦੇ ਹਾਂ। ਅੱਛਾ ਭੁੱਲਰ ਸਾਹਿਬ, ਇਸ ਸਾਰੇ ਦੇ ਵਿੱਚ ਇੱਕ ਨਿੱਜੀ ਸਵਾਲ ਤੁਹਾਡੇ ਨਾਲ ਕਿ ਜਿੰਨਾ ਰੁਝੇਵਾਂ ਇਸ ਮਹਿਕਮੇ ਦੇ ਵਿੱਚ ਤੁਹਾਡਾ ਰਹਿੰਦਾ ਹੈ ਤਾਂ ਫਿਰ ਘਰ ਵਾਸਤੇ ਸਮਾਂ ਕਿਵੇਂ ਕੱਢਦੇ ਹੋ? ਬਿਲਕੁਲ ਜੀ, ਘਰ ਵਾਸਤੇ ਸਮਾਂ ਨਾਲ ਮਿਲਦਾ ਹੈ। ਫੈਮਿਲੀ ਕਦੀ ਇੱਥੇ ਮੇਰੇ ਕੋਲ ਆ ਜਾਂਦੇ ਨੇ ਹਾਂਜੀ ਤੇ ਜਾਂ ਕਦੇ ਵੀਕਐਂਡ 'ਤੇ ਛੁੱਟੀ ਲੈ ਕੇ ਹਾਂਜੀ ਤੇ ਜਾ ਕੇ ਬੱਚਿਆਂ ਨੂੰ ਮਿਲ ਲਈਦਾ ਹੈ ਤੇ ਟਾਈਮ ਟੂਮ ਜਿਹੜਾ ਸਾਰਾ ਉਹ ਐਡਜਸਟ ਹੋ ਜਾਂਦਾ ਉਹਦੇ ਵਿੱਚ। ਜੀ। ਕੋਈ ਪਤਾ ਲੱਗਿਆ ਵੀ ਤੁਸੀਂ ਗੱਤਕਾ ਐਸੋਸੀਏਸ਼ਨ ਦੇ ਵਿੱਚ ਵੀ ਬਹੁਤ ਜ਼ਿਆਦਾ ਇੰਟਰਸਟ ਲਿਆ ਹੈਗਾ। ਗੱਤਕੇ ਵਾਲਾ ਜਿਹੜਾ ਹੈਗਾ ਪੋਰਸ਼ਨ ਤੁਹਾਡੇ ਕਰਕੇ ਗੱਤਕਾ ਨੂੰ ਪ੍ਰਾਪਤੀ ਹੋਈ ਹੈ ਔਰ ਗੱਤਕਾ ਐਸੋਸੀਏਸ਼ਨ ਨੂੰ ਮਾਨਤਾ ਮਿਲੀ ਹੈ, ਉਹਦੇ ਵੀ ਥੋੜ੍ਹਾ ਬਹੁਤਾ ਦੱਸਿਓ ਸਾਡੇ ਦਰਸ਼ਕਾਂ ਨੂੰ। 2008 ਦੇ ਵਿੱਚ ਅਸੀਂ ਪੰਜਾਬ ਗੱਤਕਾ ਐਸੋਸੀਏਸ਼ਨ ਬਣਾਈ ਸੀ ਔਰ ਉਹ ਨਾਲ ਹੀ ਅਸੀਂ 2008 ਦੇ ਵਿੱਚ ਗੱਤਕਾ ਫੈਡਰੇਸ਼ਨ ਆਫ ਇੰਡੀਆ ਜਿਹੜੀ ਬਣਾਈ ਸੀ। ਇਹਦੇ ਵਿੱਚ ਸਾਰੀਆਂ ਇਸ ਸਮੇਂ ਜਿੰਨੇ ਹੀ ਸਾਡੇ ਗੱਤਕਾ ਪ੍ਰੇਮੀ ਸਨ, ਗੱਤਕਾ ਖਿਡਾਰੀ ਸਨ, ਉਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਜੀ ਤੇ ਸਾਰਿਆਂ ਨੇ ਇਸ ਲੈਵਲ 'ਤੇ ਇੰਨੇ ਉਪਰਾਲੇ ਕੀਤੇ ਕਿ ਅਸੀਂ ਵਰਲਡ ਲੈਵਲ ਤੱਕ ਵੀ ਪਹੁੰਚ ਗਏ ਤੇ ਇੰਡੀਆ ਦੇ ਸਾਡੀਆਂ ਸਾਰੀਆਂ ਸਟੇਟਸ ਦੇ ਵਿੱਚ ਜਿਹੜੀ ਹੈ ਉਹ ਗੱਤਕਾ ਐਸੋਸੀਏਸ਼ਨ ਬਣ ਚੁੱਕੀਆਂ ਨੇ। ਸਾਨੂੰ ਮਾਨਤਾ ਵੀ ਮਿਲੀ ਹੋਈ ਹੈ। ਨੈਸ਼ਨਲ ਲੈਵਲ 'ਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਤੋਂ ਮਾਨਤਾ ਲਈ ਵੀ ਅਸੀਂ ਜਿਹੜਾ ਕੋਰਸਪੋਂਡੈਂਸ ਕੀਤੀ ਹੋਈ ਹੈ, ਚਿੱਠੀ ਪੱਤਰ ਸਾਡਾ ਜਿਹੜਾ ਉਹ ਹੋ ਰਿਹਾ ਨਾਲ। ਤੇ ਇਹਦੇ 'ਚ ਜਿੱਥੇ ਆਪਾਂ ਪਹਿਲਾਂ ਗੱਤਕਾ ਪ੍ਰਦਰਸ਼ਨੀਆਂ ਤੱਕ ਹੀ ਸੀਮਿਤ ਹੁੰਦਾ ਸੀ, ਹੁਣ ਬੱਚਿਆਂ ਨੂੰ ਉਹਦੇ ਵਿੱਚ ਸਰਟੀਫਿਕੇਟ ਵੀ ਮਿਲ ਰਹੇ ਨੇ ਤੇ ਦੂਜੀਆਂ ਗੇਮਾਂ ਦੇ ਮੁਤਾਬਕ ਉਹਨਾਂ ਨੂੰ ਅੱਗੇ ਬੈਨੀਫਿਟ ਹੋ ਰਿਹਾ ਹੈ ਅੱਗੇ ਐਡਮਿਸ਼ਨ ਲੈਣ ਦੇ ਵਿੱਚ ਤੇ ਹੋਰ ਵੀ ਸਰਵਿਸ ਦੇ ਵਿੱਚ। ਔਰ ਜਿਹੜੇ ਸਾਡੀ ਇੰਡੀਅਨ ਓਲੰਪਿਕ ਐਸੋਸੀਏਸ਼ਨ ਤੋਂ ਜਿਸ ਦਿਨ ਸਾਨੂੰ ਮਾਨਤਾ ਮਿਲ ਗਈ ਤੇ ਆਲ ਇੰਡੀਆ ਸਰਵਿਸ ਦੇ ਸਾਡੇ ਸਾਰੇ ਸਟੇਟਸ ਦੇ ਵਿੱਚ, ਆਲ ਇੰਡੀਆ ਸਾਡੀਆਂ ਸਾਰੀਆਂ ਸਟੇਟਸ ਦੇ ਵਿੱਚ ਵੀ ਉਹਨਾਂ ਬੱਚਿਆਂ ਨੂੰ ਜਿਹੜਾ ਬੈਨੀਫਿਟ ਮਿਲਣਾ ਸ਼ੁਰੂ ਹੋ ਜਾਏਗਾ। ਅੱਛਾ ਭੁੱਲਰ ਸਾਹਿਬ, ਆਪਾਂ ਆਖਰੀ ਪੜਾਅ 'ਚ ਆ ਗਏ ਹਾਂ। ਇੱਕ ਸਵਾਲ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹੈ ਕਿ ਜਿਹੜੇ ਪੁਲਿਸ ਕਰਮਚਾਰੀ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਵੱਲੋਂ ਕੋਈ ਸ਼ਲਾਘਾ ਪੱਤਰ ਵਗੈਰਾ ਵੀ ਤੁਹਾਡੇ ਵੱਲੋਂ? ਹਮੇਸ਼ਾ ਜਿਹੜਾ ਸਾਡਾ ਮੁਲਾਜ਼ਮ ਚੰਗਾ ਕੰਮ ਕਰਦਾ ਮੈਂ ਨਾਲੋਂ ਨਾਲ ਹੀ ਉਹਨਾਂ ਨੂੰ ਐਪਰੀਸ਼ੀਏਟ ਕਰਨਾ, ਉਹਨਾਂ ਨੂੰ ਸਰਟੀਫਿਕੇਟਸ ਦੇਈਦੇ ਨੇ। ਜਿਹੜਾ ਕੋਈ ਬਹੁਤ ਹੀ ਆਊਟਸਟੈਂਡਿੰਗ ਕੰਮ ਹੁੰਦਾ ਹੈ ਉਹ ਆਪਣੇ ਆਈਜੀ ਸਾਹਿਬ ਨੂੰ ਰਿਕਮੈਂਡ ਕਰੀਦਾ ਹੈ ਜਾਂ ਡੀਜੀਪੀ ਸਾਹਿਬ ਨੂੰ ਰਿਕਮੈਂਡ ਕਰ ਲਈਦਾ ਔਰ ਉਹਨਾਂ ਨੂੰ ਜਿਹੜੇ ਸਾਡੇ ਮਿਹਨਤੀ ਅਫਸਰ ਨੇ, ਸਾਡੇ ਮੁਲਾਜ਼ਮ ਨੇ, ਉਹਨਾਂ ਦੇ ਕੰਮਕਾਰ ਨੂੰ ਐਪਰੀਸ਼ੀਏਟ ਕਰੀਦਾ, ਉਹਨਾਂ ਨੂੰ ਇਨਾਮ ਦਵਾਈਦਾ ਔਰ ਸਰਟੀਫਿਕੇਟ ਦਿੱਤੇ ਜਾਂਦੇ ਆ ਉਹਨਾਂ ਨੂੰ। ਭੁੱਲਰ ਸਾਹਿਬ, ਆਖਰ ਦੇ ਵਿੱਚ ਤੁਸੀਂ ਪਟਿਆਲਾ ਵਾਸੀਆਂ ਨੂੰ, ਕਿਉਂਕਿ ਤੁਹਾਡੇ ਤੋਂ ਬਹੁਤ ਆਸਾਂ ਨੇ, ਪਟਿਆਲੇ ਵਾਸੀਆਂ ਨੂੰ ਕੋਈ ਸੰਦੇਸ਼ ਆਪਣੇ ਤੌਰ ਤੇ ਦੇਣਾ ਚਾਹੁੰਦੇ ਹੋ? ਔਰ ਮੈਂ ਸਮਝਦਾ ਕਿ ਅੰਕਲ ਦਾ ਆਸ਼ੀਰਵਾਦ ਤਾਂ ਹਮੇਸ਼ਾ ਤੁਹਾਡੇ ਨਾਲ ਹੈ। ਅੰਕਲ ਤਾਂ ਬਹੁਤ ਵੱਡੇ ਰਾਹ ਦਸੇਰਾ ਸੀਗੇ ਪੰਜਾਬ ਪੁਲਿਸ ਦੇ, ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ। ਉਹਨਾਂ ਦੇ ਤਜਰਬੇ ਦਾ ਵੀ ਤੁਸੀਂ ਫਾਇਦਾ ਉਠਾਉਂਦੇ ਹੋ। ਪਟਿਆਲਾ ਵਾਸੀਆਂ ਦੇ ਨਾਂ 'ਤੇ ਕੋਈ ਵਿਸ਼ੇਸ਼ ਸੰਦੇਸ਼ ਆਪਣਾ ਦੇਣਾ ਚਾਹੋ ਤਾਂ ਉਹ ਕਿਰਪਾ ਕਰਕੇ। ਮੈਂ ਪਟਿਆਲਾ ਜ਼ਿਲ੍ਹਾ ਦੇ ਨਿਵਾਸੀਆਂ ਨੂੰ ਇਹੋ ਬੇਨਤੀ ਕਰਾਂਗਾ ਕਿ ਪੁਲਿਸ ਨਾਲ ਜਿੱਥੇ ਵੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਆਉਂਦੀ ਹੈ ਉੱਥੇ ਪੁਲਿਸ ਦੀ ਨਾਲ ਮਦਦ ਕਰੋ। ਲਾਅ ਐਂਡ ਆਰਡਰ ਆਪਣੇ ਹੱਥ 'ਚ ਨਾ ਲਓ। ਜਿੱਥੇ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਹੈ, ਸਾਡੇ ਸੰਬੰਧਿਤ ਪੁਲਿਸ ਸਟੇਸ਼ਨ, DSP ਮੇਰੇ ਤੱਕ ਜਦੋਂ ਮਰਜ਼ੀ ਤੁਸੀਂ ਆ ਕੇ ਪਹੁੰਚ ਕਰ ਸਕਦੇ ਹੋ। ਮੈਂ ਤੁਹਾਨੂੰ ਇਸ ਗੱਲ ਦੀ ਛੋਟੀ ਦਿੰਦਾ ਕਿ ਤੁਹਾਨੂੰ ਹਰੇਕ ਕੇਸ ਦੇ ਵਿੱਚ ਜਿੱਥੇ ਤੁਹਾਡੇ ਨਾਲ ਕਿਤੇ ਕੋਈ ਧੱਕਾ ਹੋਇਆ ਹੈ ਉੱਥੇ ਇਨਸਾਫ ਪੂਰਾ ਮਿਲੇਗਾ। ਔਰ ਨਾਲ ਇਹ ਵੀ ਪਟਿਆਲਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਡਰੱਗ ਨੂੰ ਕੰਟਰੋਲ ਕਰਨ ਲਈ ਆਪਣੇ ਜ਼ਿਲ੍ਹੇ ਦੇ ਵਿੱਚ ਜਿੱਥੇ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਸਾਨੂੰ ਸੀਕ੍ਰੇਟ ਤੌਰ 'ਤੇ ਇਨਫੋਰਮੇਸ਼ਨ ਦਿਓ। ਜਿਹੜੇ ਡਰੱਗ ਸਪਲਾਇਰ ਨੇ ਉਹਨਾਂ ਨੂੰ ਫੜ ਕੇ ਉਹਨਾਂ 'ਤੇ ਕੇਸ ਰਜਿਸਟਰ ਹੋਣ। ਜਿਹੜੇ ਬੱਚੇ ਗੁੰਮਰਾਹ ਹੋ ਕੇ ਡਰੱਗ ਲੈ ਰਹੇ ਨੇ ਉਹ ਸਾਰੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਸਾਡੀਆਂ NGOs ਉਹਨਾਂ ਦੀ ਜਿਹੜੀ ਉਹਨਾਂ ਨੂੰ ਡਰੱਗ ਦੀ ਲੱਗੀ ਹੋਈ ਹੈ
ਉਹ ਅਸੀਂ ਉਹਨੂੰ ਜਿਹੜਾ ਛੁਡਾ ਸਕੀਏ, ਉਹਨਾਂ ਦੇ ਕੈਂਪ ਲਵਾਈਏ, ਹਸਪਤਾਲਾਂ 'ਚ ਉਹਨੂੰ ਐਡਮਿਟ ਕਰਾ ਕੇ। ਪਰ ਜਿਹੜੇ ਡਰੱਗ ਵੇਚਣ ਵਾਲੇ ਨੇ ਉਹਨਾਂ 'ਤੇ ਸਖਤ ਕਾਨੂੰਨੀ ਕਾਰਵਾਈ ਹੋਏ। ਜਿਹੜੀ ਕੈਮਿਸਟ ਸ਼ਾਪਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਮੈਂ ਇਹੋ ਕਹਾਂਗਾ ਕਿ ਉਹ ਡਾਕਟਰ ਦੀ ਪਰਚੀ ਤੋਂ ਬਿਨਾਂ ਜੋ ਡਾਕਟਰ ਰਿਕਮੈਂਡ ਕਰਦਾ ਉਹੋ ਹੀ ਦਵਾਈ ਦਿੱਤੀ ਜਾਵੇ। ਬਾਕੀ ਕੋਈ ਡਰੱਗ ਜਿਹੜੀ ਇੱਦਾਂ ਦੀ ਉਹ ਆਪਣੀਆਂ ਕੈਮਿਸਟ 'ਤੇ ਨਾ ਰੱਖੀਆਂ ਜਾਣ, ਕਿਉਂਕਿ ਜਿਹੜੀ ਸਿੰਥੈਟਿਕ ਡਰੱਗ ਹੈ ਇਹਦੇ ਨਾਲ ਬਹੁਤ ਜ਼ਿਆਦਾ ਸਾਡੇ ਪੰਜਾਬ ਦੀ ਜਵਾਨੀ ਨੂੰ ਜਿਹੜਾ ਨੁਕਸਾਨ ਹੋ ਰਿਹਾ। ਤਾਂ ਮੈਂ ਪਬਲਿਕ ਨੂੰ ਇਹੋ ਬੇਨਤੀ ਕਰਾਂਗਾ ਕਿ ਹਮੇਸ਼ਾ ਪੁਲਿਸ ਨੂੰ ਸਹਿਯੋਗ ਦਿਓ, ਸੱਚੀ ਗੱਲ ਦੱਸੋ, ਅਤੇ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ, ਤੁਹਾਡੀਆਂ ਸੇਵਾਵਾਂ ਦੇ ਵਿੱਚ ਹਾਂ, ਤੁਹਾਡੇ ਲਈ ਹਾਂ। ਅਸੀਂ ਪਬਲਿਕ ਸਰਵੈਂਟ ਹਾਂ ਅਤੇ ਹਮੇਸ਼ਾ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਉਹਨਾਂ ਨੂੰ ਜਿਹੜਾ ਹੱਲ ਜਲਦੀ ਕਰਨ ਦਾ ਮੈਂ ਭਰੋਸਾ ਦਿੰਦਾ। ਅਦਾਲਤਾਂ ਦੇ ਵਿੱਚ ਤੁਹਾਡੀ ਅਗਵਾਈ ਵਾਲੇ ਕੇਸ ਜਿਹੜੇ ਆ ਉਹ ਕਿੰਨੇ % ਸਜ਼ਾ ਹੋਏ ਆ ਜੀ, ਅੰਦਾਜ਼ਾ? ਅਦਾਲਤਾਂ ਦੇ ਵਿੱਚ ਜਿਹੜੀ ਸਾਡੀ ਕਨਵੈਕਸ਼ਨ ਰੇਟ ਹੈ ਉਹਦੇ ਅਕੋਰਡਿੰਗਲੀ ਸਾਨੂੰ ਆਪਣੀ ਇਨਵੈਸਟੀਗੇਸ਼ਨ ਨੂੰ ਥੋੜ੍ਹਾ ਜਿਹਾ ਹੋਰ ਇੰਪਰੂਵ ਕਰਨਾ ਪਏਗਾ ਜੀ, ਤਾਂ ਕਿ ਮੈਕਸੀਮਮ ਜਿਹੜੇ ਬੰਦੇ ਨੇ ਜਿਹੜੇ ਕ੍ਰਿਮੀਨਲਸ ਨੇ ਉਹ ਕਨਵਿਕਟ ਹੋਣ। ਇਹ ਸਨ ਸਰਦਾਰ ਹਰਚਰਨ ਸਿੰਘ ਭੁੱਲਰ, SSP ਪਟਿਆਲਾ, ਜਿਨ੍ਹਾਂ ਨੇ ਤਜਰਬੇ ਦੀਆਂ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਤੁਸੀਂ ਹਮੇਸ਼ਾ ਸਾਡਾ ਸਾਥ ਦਿੱਤਾ ਹੈਗਾ ਔਰ ਅਸੀਂ ਆਸ ਰੱਖਦੇ ਹਾਂ ਕਿ ਜਿਵੇਂ ਭੁੱਲਰ ਸਾਹਿਬ ਨੇ ਕਿਹਾ ਹੈ ਕਿ ਅਪਰਾਧਕ ਬਿਰਤੀ ਵਾਲੇ ਲੋਕਾਂ 'ਤੇ ਕਾਬੂ ਪਾਉਣ ਲਈ, ਅਪਰਾਧ 'ਤੇ ਕਾਬੂ ਪਾਉਣ ਲਈ ਪਬਲਿਕ ਦਾ ਸਾਥ ਬਹੁਤ ਜ਼ਰੂਰੀ ਹੈ। ਪੁਲਿਸ ਨੂੰ ਹਮੇਸ਼ਾ ਮਿੱਤਰ ਸਮਝੋ, ਪੁਲਿਸ ਨੂੰ ਸੱਚੀ ਗੱਲ ਦੱਸੋ, ਗੁੰਮਰਾਹ ਨਾ ਕਰੋ। ਜੇ ਪੁਲਿਸ ਕੋਲੇ ਸੱਚੀ ਗੱਲ ਜਾਵੇਗੀ ਤਾਂ ਜਿਹੜੇ ਅਪਰਾਧਕ ਬਿਰਤੀ ਵਾਲੇ ਲੋਕ ਆ ਉਹ ਸ਼ਲਾਖਾਂ ਦੇ ਪਿੱਛੇ ਜਾਣਗੇ। ਇਹਨਾਂ ਨੇ ਇੱਕ ਬਹੁਤ ਕੀਮਤੀ ਸਮੇਂ 'ਚੋਂ ਸਾਡੇ ਵਾਸਤੇ ਸਮਾਂ ਕੱਢਿਆ, ਇਹਨਾਂ ਦਾ ਬਹੁਤ ਬਹੁਤ ਭੁੱਲਰ ਸਾਹਿਬ ਤੁਹਾਡਾ ਧੰਨਵਾਦ। ਤੇ ਤੁਸੀਂ ਦੇਖਣਾ ਨਾ ਭੁੱਲਿਓ D5 ਚੈਨਲ ਪੰਜਾਬੀ, ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤਾਂ ਕਿ ਸਾਡਾ ਹੌਸਲਾ ਵਧੇ, ਅਸੀਂ ਚੰਗੀਆਂ ਸ਼ਖਸੀਅਤਾਂ ਨੂੰ ਤੁਹਾਡੇ ਕੋਲ ਪੇਸ਼ ਕਰਦੇ ਰਹੀਏ। ਸੋ ਭੁੱਲਰ ਸਾਹਿਬ ਨੇ ਮਤਲਬ ਬਹੁਤ ਹੀ ਗਿਆਨਵਾਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਜੇ ਇਹਨਾਂ ਦੀਆਂ ਗੱਲਾਂ ਨੂੰ ਤੁਸੀਂ ਅਪਣਾ ਲਵੋਗੇ ਤਾਂ ਅਸੀਂ ਅਪਰਾਧ ਨੂੰ ਘਟਾਉਣ ਵਾਸਤੇ ਕਾਫੀ ਕੁਝ ਕਰ ਸਕਦੇ ਹਾਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।